ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਅੰਬੇਦਕਰ ਪੁਆਇੰਟ ਦੇ ਵਿੱਚ। ਦੋਸਤੋ, ਆਪਾਂ ਲਗਾਤਾਰ ਵੀਡੀਓ ਲੈ ਕੇ ਆ ਰਹੇ ਹਾਂ ਅਤੇ ਇਸ ਸਿਲਸਿਲੇ ਦੇ ਵਿੱਚ ਆਪਣਾ ਜੋ ਲੈਕਚਰ ਚੱਲ ਰਿਹਾ ਸੀ ਉਹ ਚੱਲ ਰਿਹਾ ਸੀਗਾ ਵੈਦਿਕ ਕਾਲ ਨਾਲ ਸੰਬੰਧਿਤ, ਜਿਸ ਦੇ ਵਿੱਚ ਆਪਾਂ ਨੇ ਰਿਗਵੈਦਿਕ ਕਾਲ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਹੁਣ ਆਪਾਂ ਉੱਤਰ ਵੈਦਿਕ ਕਾਲ ਲੈ ਕੇ ਹਾਜ਼ਰ ਹੋਏ ਹਾਂ। ਉੱਤਰ ਵੈਦਿਕ ਕਾਲ ਜੋ ਸੀ, ਠੀਕ ਹੈ, ਉਸ ਦੀਆਂ ਕੀ ਪ੍ਰਸਥਿਤੀਆਂ ਸੀਗੀਆਂ, ਕੀ ਉਹਨਾਂ ਦੇ ਜੀਵਨ, ਆਰਥਿਕ ਜੀਵਨ, ਰਾਜਨੀਤਿਕ ਜੀਵਨ, ਠੀਕ ਹੈ, ਧਾਰਮਿਕ ਜੀਵਨ ਦੇ ਵਿੱਚ ਜੋ ਅਲੱਗ-ਅਲੱਗ ਤਰ੍ਹਾਂ ਦੇ ਵਿਸ਼ੇਸ਼ਤਾਵਾਂ ਸੀਗੀਆਂ, ਉਹਨਾਂ ਬਾਰੇ ਆਪਾਂ ਜ਼ਿਕਰ ਇਸ ਵੀਡੀਓ ਦੇ ਵਿੱਚ ਕਰਾਂਗੇ। ਜਿਸ ਤਰ੍ਹਾਂ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਕਿ ਵੈਦਿਕ ਸੱਭਿਅਤਾ ਦੋ ਭਾਗਾਂ ਦੇ ਵਿੱਚ ਰਿਗਵੈਦਿਕ ਕਾਲ ਅਤੇ ਉੱਤਰ ਵੈਦਿਕ ਕਾਲ ਦੇ ਵਿੱਚ ਵੰਡੀ ਹੋਈ ਹੈ, ਠੀਕ ਹੈ ਜੀ। ਜਿਸ ਦੇ ਵਿੱਚ ਰਿਗਵੈਦਿਕ ਕਾਲ ਦਾ ਸਮਾਂ 1500 ਈਸਵੀ ਪੂਰਵ ਤੋਂ ਲੈ ਕੇ 1000 ਈਸਵੀ ਪੂਰਵ ਸੀ ਅਤੇ ਉੱਤਰ ਵੈਦਿਕ ਕਾਲ ਦਾ ਸਮਾਂ ਜੋ ਸੀ ਉਹ ਸੀ 1000 ਈਸਵੀ ਪੂਰਵ ਤੋਂ ਲੈ ਕੇ 600 ਈਸਵੀ ਪੂਰਵ, ਠੀਕ ਹੈ ਜੀ। ਤਾਂ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਸ਼ੁਰੂ ਕਰਦੇ ਹਾਂ ਉੱਤਰ ਵੈਦਿਕ ਕਾਲ, ਠੀਕ ਹੈ। ਉੱਤਰ ਵੈਦਿਕ ਕਾਲ ਕੀ ਸੀ? ਰਿਗਵੈਦਿਕ ਕਾਲ ਦੀ ਤਰ੍ਹਾਂ ਉੱਤਰ ਵੈਦਿਕ ਕਾਲ ਵੀ ਸੰਯੁਕਤ ਪਰਿਵਾਰ ਪ੍ਰਣਾਲੀ ਦੇ ਬੇਸ ਦੇ ਉੱਤੇ ਹੀ ਆਧਾਰਿਤ ਸੀ। ਰਿਗਵੈਦਿਕ ਕਾਲ ਵਾਂਗ ਉੱਤਰ ਵੈਦਿਕ ਕਾਲ ਵੀ ਸੰਯੁਕਤ ਪਰਿਵਾਰ ਪ੍ਰਣਾਲੀ ਉੱਪਰ ਆਧਾਰਿਤ ਸੀ, ਠੀਕ ਹੈ ਜੀ। ਪਰਿਵਾਰ ਦਾ ਜੋ ਸਭ ਤੋਂ ਬਜ਼ੁਰਗ ਵਿਅਕਤੀ ਸੀ ਉਸ ਨੂੰ ਪਰਿਵਾਰ ਦਾ ਮੁਖੀ ਮੰਨਿਆ ਜਾਂਦਾ ਸੀ। ਰਿਗਵੈਦਿਕ ਕਾਲ ਦੇ ਵਿੱਚ ਜਿੱਥੇ ਇਸਤਰੀਆਂ ਦੀ ਸਥਿਤੀ ਬਹੁਤ ਜ਼ਿਆਦਾ ਉੱਤਮ ਸੀ ਉਸ ਨੂੰ ਅਰਧਾਂਗਨੀ ਮੰਨਿਆ ਜਾਂਦਾ ਸੀ। ਉੱਤਰ ਵੈਦਿਕ ਕਾਲ ਦੇ ਵਿੱਚ ਇਸਤਰੀ ਦੀ ਸਥਿਤੀ ਵਿੱਚ ਕੀ ਹੋਈ? ਗਿਰਾਵਟ ਆ ਗਈ। ਹੁਣ ਇਸਤਰੀ ਨੂੰ ਪੁਰਸ਼ ਦਾ ਦਾਸ ਸਮਝਿਆ ਜਾਣ ਲੱਗਿਆ। ਇਸਤਰੀ ਨੂੰ ਪੁਰਸ਼ ਦਾ ਕੀ ਸਮਝਿਆ ਜਾਣ ਲੱਗਿਆ? ਦਾਸ। ਕਿਤੇ ਕਿਤੇ ਬਾਲ ਵਿਆਹ ਪ੍ਰਥਾ ਜਿਹੜੀ ਸੀ ਉਹ ਵੀ ਸ਼ੁਰੂ ਹੋ ਗਈ ਸੀ। ਪਰੰਤੂ ਉੱਤਰ ਵੈਦਿਕ ਕਾਲ ਤੱਕ ਸਤੀ ਪ੍ਰਥਾ ਅਤੇ ਕੰਨਿਆ ਹੱਤਿਆ ਪ੍ਰਚਲਿਤ ਨਹੀਂ ਹੋਈ ਸੀ। ਕੰਨਿਆ ਜਨਮ ਨੂੰ ਬੁਰਾ ਜ਼ਰੂਰ ਮੰਨਿਆ ਗਿਆ, ਪਰੰਤੂ ਕੰਨਿਆ ਹੱਤਿਆ ਸ਼ੁਰੂ ਨਹੀਂ ਹੋਈ ਸੀ। ਇਸ ਕਾਲ ਦੇ ਵਿੱਚ ਵਰਨ ਵਿਵਸਥਾ ਅਤੇ ਜਾਤੀ ਵਿਵਸਥਾ ਦੇ ਨਿਯਮ ਸੀ ਜਿਹੜੇ ਉਹਨਾਂ ਨੇ ਸਖਤੀ ਨਾਲ ਲਾਗੂ ਕਰਨਾ ਲੋਕਾਂ ਨੇ ਸ਼ੁਰੂ ਕਰ ਦਿੱਤਾ। ਰਿਗਵੈਦਿਕ ਕਾਲ ਦੇ ਵਿੱਚ ਜੋ ਜਾਤੀ ਸੀ ਉਹ ਕੰਮ ਦੇ ਆਧਾਰ ਉੱਪਰ ਸੀ, ਠੀਕ ਹੈ ਜੀ। ਕਿ ਜੇ ਕੋਈ ਬੰਦਾ ਕੰਮ ਕਰਦਾ ਉਸ ਨੂੰ ਕੰਮ ਦੇ ਆਧਾਰ ਦੇ ਉੱਤੇ ਉਸ ਦੀ ਜਾਤੀ ਮੰਨਿਆ ਜਾਂਦਾ ਸੀ। ਪਰੰਤੂ ਉੱਤਰ ਵੈਦਿਕ ਕਾਲ ਦੇ ਵਿੱਚ ਜਾਤੀ ਜਨਮ ਦੇ ਆਧਾਰ 'ਤੇ ਸੰਬੰਧਿਤ ਹੋ ਗਈ ਕਿ ਹੁਣ ਜੋ ਬੰਦਾ ਜਿਸ ਜਾਤੀ ਵਿੱਚ ਕੰਮ ਕਰਦਾ ਹੈ, ਜਿਸ ਜਾਤੀ ਵਿੱਚ ਉਸ ਬੱਚੇ ਨੇ ਜਨਮ ਲਿਆ, ਤਾਂ ਉਸ ਦੀ ਜ਼ਿੰਦਗੀ ਭਰ ਉਹੀ ਜਾਤੀ ਰਹੇਗੀ ਅਤੇ ਜਾਤੀ ਦੇ ਆਧਾਰ ਦੇ ਉੱਤੇ ਭੇਦਭਾਵ ਬਹੁਤ ਹੋਣ ਲੱਗ ਪਿਆ। ਮਨੁੱਖ ਦਾ ਜੀਵਨ ਜੋ ਕਿ 4 ਆਸ਼ਰਮਾਂ ਦੇ ਵਿੱਚ ਵੰਡਿਆ ਹੈ, ਠੀਕ ਹੈ ਜੀ। ਮਨੁੱਖ ਦਾ ਜੀਵਨ ਜੋ ਕਿ 4 ਆਸ਼ਰਮਾਂ ਦੇ ਵਿੱਚ ਵੰਡਿਆ ਗਿਆ ਹੈ, ਇਸ ਪ੍ਰਥਾ ਦਾ ਪ੍ਰਚਲਨ ਵੀ ਉੱਤਰ ਵੈਦਿਕ ਕਾਲ ਦੌਰਾਨ ਹੀ ਹੋਇਆ, ਠੀਕ ਹੈ ਜੀ। ਆਸ਼ਰਮ ਵਿਵਸਥਾ ਦਾ ਪ੍ਰਚਲਨ ਕਦੋਂ ਹੋਇਆ? ਉੱਤਰ ਵੈਦਿਕ ਕਾਲ ਦੇ ਦੌਰਾਨ। ਅਤੇ ਆਸ਼ਰਮਾਂ ਦੀ ਸੰਖਿਆ ਕਿੰਨੀ ਸੀ? 4। ਛਾਂਦੋਗੀ ਉਪਨਿਸ਼ਦ ਵਿੱਚ ਮਨੁੱਖ ਦੇ ਜੀਵਨ ਦੀਆਂ ਜਿਹੜੀਆਂ ਇਹ ਆਸ਼ਰਮ ਸੀਗੇ ਉਹਨਾਂ ਦੀ ਸੰਖਿਆ 3 ਹੈ, ਠੀਕ ਹੈ ਜੀ। ਛਾਂਦੋਗੀ ਉਪਨਿਸ਼ਦ ਦੇ ਵਿੱਚ ਆਸ਼ਰਮਾਂ ਦੀ ਸੰਖਿਆ ਹੈ 3। ਤਾਂ ਕਿਹੜੇ ਕਿਹੜੇ ਨੇ ਇਹ? ਨੰਬਰ 1 ਆ ਗਿਆ ਬ੍ਰਹਮਚਰਯ, ਨੰਬਰ 2 'ਤੇ ਆ ਗਿਆ ਗ੍ਰਹਸਥ, ਨੰਬਰ 3 'ਤੇ ਆ ਗਿਆ ਵਾਨਪ੍ਰਸਥ। ਜਿਹੜਾ ਚੌਥਾ ਆਸ਼ਰਮ ਹੈ ਸੰਨਿਆਸ, ਉਹ ਆਸ਼ਰਮ ਦਾ ਜ਼ਿਕਰ ਜਵਾਲ ਉਪਨਿਸ਼ਦ ਵਿੱਚ ਆਇਆ ਹੈ। ਆਸ਼ਰਮ ਵਿਵਸਥਾ ਦੇ ਵਿੱਚ ਕੀ ਹੈ ਕਿ ਮਨੁੱਖੀ ਜੀਵਨ ਨੂੰ 100 ਸਾਲਾਂ ਦੇ ਵਿੱਚ ਵੰਡ ਕੇ ਉਸ ਨੂੰ 25-25 ਸਾਲਾਂ ਦਾ ਹਰੇਕ ਆਸ਼ਰਮ ਇੱਕ ਤਿਆਰ ਕੀਤਾ ਜਾਂਦਾ ਹੈ। ਤਾਂ ਪਹਿਲੇ 25 ਸਾਲ ਬੰਦਾ ਬ੍ਰਹਮਚਰਯ ਰਹੇਗਾ ਅਤੇ ਸਿਕਸ਼ਾ ਪ੍ਰਾਪਤ ਕਰੇਗਾ। ਦੂਸਰੇ 25 ਸਾਲ ਮਤਲਬ ਕਿ 25 ਸਾਲ ਤੋਂ ਲੈ ਕੇ 50 ਸਾਲ ਦੀ ਏਜ ਤੱਕ ਉਹ ਗ੍ਰਹਸਥ ਜੀਵਨ ਅਪਣਾਏਗਾ, ਠੀਕ ਹੈ ਜੀ। ਅਗਲੇ 25 ਸਾਲਾਂ ਤੱਕ ਉਹ ਆਪਣੇ ਪਰਿਵਾਰ ਦਾ ਲਾਲਨ ਪਾਲਨ ਕਰੇਗਾ, ਠੀਕ ਹੈ ਜੀ। ਅਤੇ ਉਸ ਤੋਂ ਜੋ ਲਾਸਟ ਦੇ ਵਿੱਚ ਸੰਨਿਆਸ ਆ ਗਿਆ, ਇਹਨਾਂ ਦੇ ਵਿੱਚ ਉਹ ਸੰਨਿਆਸ ਲੈ ਕੇ ਪਰਿਵਾਰ ਦਾ ਮੋਹ ਤਿਆਗ ਕੇ, ਸੰਸਾਰ ਦਾ ਮੋਹ ਤਿਆਗ ਕੇ ਈਸ਼ਵਰ ਦੀ ਪ੍ਰਾਪਤੀ ਲਈ ਸੰਨਿਆਸ ਲਵੇਗਾ। ਇਹ ਸੀ ਜੀ
ਆਸ਼ਰਮ ਵਿਵਸਥਾ। ਠੀਕ ਹੈ ਜੀ, ਇਹ ਸੀ ਆਸ਼ਰਮ ਵਿਵਸਥਾ। ਉੱਤਰ ਵੈਦਿਕ ਕਾਲ ਦੇ ਆਰਥਿਕ ਜੀਵਨ ਦੀ ਗੱਲ ਕਰਦੇ ਹਾਂ ਤਾਂ ਸਭ ਨਾਲੋਂ ਪਹਿਲਾਂ ਕਿ ਉੱਤਰ ਵੈਦਿਕ ਕਾਲ ਦੇ ਲੋਕਾਂ ਦਾ ਜੋ ਮੁੱਖ ਧੰਦਾ ਸੀ ਉਹ ਸੀ ਖੇਤੀਬਾੜੀ। ਕਾਠਕ ਸੰਹਿਤਾ ਦੇ ਵਿੱਚ 24 ਬਲਦਾਂ ਦੁਆਰਾ ਖਿੱਚੇ ਜਾਣ ਵਾਲੇ ਹਲ ਦਾ ਜ਼ਿਕਰ ਮਿਲਦਾ ਹੈ। ਠੀਕ ਹੈ ਜੀ, 24 ਬਲਦ ਮਿਲ ਕੇ ਇੱਕ ਹਲ ਨੂੰ ਖਿੱਚਦੇ ਸੀ, ਜਿਸ ਦਾ ਜ਼ਿਕਰ ਕਾਠਕ ਸੰਹਿਤਾ ਦੇ ਵਿੱਚ ਮਿਲਦਾ ਹੈ। ਹਲ ਨੂੰ ਸ਼ੀਰ ਜਾਂ ਸ਼ਿਰਾ ਕਿਹਾ ਜਾਂਦਾ ਸੀ। ਉੱਤਰ ਵੈਦਿਕ ਕਾਲ ਦੇ ਵਿੱਚ ਹਲ ਨੂੰ ਸ਼ੀਰ ਜਾਂ ਸ਼ਿਰਾ ਕਿਹਾ ਜਾਣ ਲੱਗ ਪਿਆ ਸੀ। ਲੋਹੇ ਨੂੰ ਸ਼ਾਮ ਯਸ ਕਿਹਾ ਜਾਂਦਾ ਸੀ। ਇਸ ਕਾਲ ਦੌਰਾਨ ਵਪਾਰੀਆਂ ਦੇ ਗਰੁੱਪ ਜਾਂ ਸੰਘ ਬਣਨੇ ਸ਼ੁਰੂ ਹੋ ਗਏ ਸੀ। ਉੱਤਰ ਵੈਦਿਕ ਕਾਲ ਦੌਰਾਨ ਵਪਾਰੀਆਂ ਦੇ ਸੰਘ ਜਾਂ ਸਮੂਹ ਬਣਨੇ ਸ਼ੁਰੂ ਹੋ ਗਏ ਸਨ। ਰਿਗਵੈਦਿਕ ਕਾਲ ਵਿੱਚ ਜਿੱਥੇ ਵਪਾਰ ਦੀ ਅਦਲਾ ਬਦਲੂ ਦਾ ਜਿਹੜਾ ਸੋਮਾ ਸੀ ਉਹ ਗਊਆਂ ਸਨ, ਕਿ ਜੇ ਕਿਸੇ ਨੇ ਕੋਈ ਵਸਤੂ ਖਰੀਦਣੀ ਹੈ ਜਾਂ ਵੇਚਣੀ ਹੈ ਤਾਂ ਉਸ ਦੇ ਬਦਲੇ ਉਸ ਨੂੰ ਗਊਆਂ ਦਾ ਆਦਾਨ ਪ੍ਰਦਾਨ ਕਰਨਾ ਪੈਂਦਾ ਸੀ। ਠੀਕ ਹੈ ਜੀ, ਪਰੰਤੂ ਉੱਤਰ ਵੈਦਿਕ ਕਾਲ ਵਿੱਚ ਗਊਆਂ ਦੀ ਥਾਂ ਸਿੱਕਿਆਂ ਨੇ ਲੈ ਲਈ। ਠੀਕ ਹੈ ਜੀ, ਗਊਆਂ ਦੀ ਥਾਂ ਕੀ ਹੋਇਆ, ਸਿੱਕਿਆਂ ਦੀ ਵਰਤੋਂ ਵੱਧ ਹੋਣ ਲੱਗ ਪਈ ਅਤੇ ਗਊਆਂ ਦੀ ਅਦਲਾ ਬਦਲੀ ਘਟ ਗਈ। ਇਸ ਕਾਲ ਦੇ ਵਿੱਚ ਨਗਰ ਸ਼ਬਦ ਦਾ ਪ੍ਰਯੋਗ ਸ਼ੁਰੂ ਹੋਇਆ। ਠੀਕ ਹੈ ਜੀ, ਜੋ ਛੋਟੇ ਛੋਟੇ ਗ੍ਰਾਮ ਸੀ, ਠੀਕ ਆ, ਉਹਨਾਂ ਦੇ ਵਿੱਚ ਉੱਨਤੀ ਹੁੰਦੇ ਹੁੰਦੇ ਉਹਨਾਂ ਦੇ ਉੱਤੋਂ ਨਗਰਾਂ ਦਾ ਨਿਰਮਾਣ ਸ਼ੁਰੂ ਹੋ ਗਿਆ। ਨਗਰ ਸ਼ਬਦ ਹੋਂਦ ਵਿੱਚ ਆ ਗਿਆ। ਭੂਰੇ ਅਤੇ ਲਾਲ ਰੰਗ ਦੇ ਭਾਂਡਿਆਂ ਦੀ ਵਰਤੋਂ ਸ਼ੁਰੂ ਹੋ ਗਈ ਉੱਤਰ ਵੈਦਿਕ ਕਾਲ ਦੇ ਦੌਰਾਨ। ਇਹਨਾਂ ਨੂੰ ਪੇਂਟਡ ਗ੍ਰੇ ਵੇਅਰ ਕਿਹਾ ਜਾਂਦਾ ਸੀ। ਪੇਂਟਡ ਗ੍ਰੇ ਵੇਅਰ ਕਿਹਾ ਜਾਂਦਾ ਸੀ। ਮ੍ਰਿਦਬਾਂਡ ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ ਮ੍ਰਿਦਬਾਂਡ ਕਿਹਾ ਜਾਂਦਾ ਸੀ ਇਹਨਾਂ ਨੂੰ। ਰਾਜਾ ਦਾ ਪਦ ਜੱਦੀ ਹੋ ਗਿਆ ਸੀ। ਰਿਗਵੈਦਿਕ ਕਾਲ ਦੌਰਾਨ ਜੋ ਰਾਜਾ ਸੀ ਉਹ ਜਨਤਾ ਦੁਆਰਾ ਚੁਣਿਆ ਜਾਂਦਾ ਸੀ। ਜਨਤਾ ਦੇ ਨੁਮਾਇੰਦਿਆਂ ਦੁਆਰਾ ਰਾਜਾ ਚੁਣਿਆ ਜਾਂਦਾ ਸੀ। ਜੇਕਰ ਰਾਜੇ ਦਾ ਪੁੱਤਰ ਯੋਗ ਹੁੰਦਾ ਸੀ ਤਾਂ ਉਸ ਨੂੰ ਚੁਣਿਆ ਜਾਂਦਾ ਸੀ। ਅਗਰ ਉਹ ਅਯੋਗ ਹੁੰਦਾ ਸੀ ਤਾਂ ਉਸ ਨੂੰ ਬਦਲ ਕੇ ਕਿਸੇ ਯੋਗ ਵਿਅਕਤੀ ਨੂੰ ਰਾਜਾ ਬਣਾਇਆ ਜਾਂਦਾ ਸੀ। ਪਰੰਤੂ ਉੱਤਰ ਵੈਦਿਕ ਕਾਲ ਦੌਰਾਨ ਇਹ ਵਿਵਸਥਾ ਬਦਲ ਕੇ ਪੂਰਨ ਤੌਰ ਦੇ ਉੱਤੇ ਰਾਜਗੱਦੀ ਸੀ ਜੋ ਉਹ ਜੱਦੀ ਹੋ ਗਈ। ਅਤੇ ਹੁਣ ਚਾਹੇ ਰਾਜੇ ਦਾ ਪੁੱਤਰ ਯੋਗ ਹੈ ਚਾਹੇ ਅਯੋਗ ਹੈ, ਉਹੀ ਰਾਜਾ ਬਣਦਾ ਸੀ। ਸਭਾ ਅਤੇ ਸੰਮਤੀਆਂ ਜੋ ਕਿ ਰਿਗਵੈਦਿਕ ਕਾਲ ਦੌਰਾਨ ਰਾਜੇ ਦੀਆਂ ਸ਼ਕਤੀਆਂ ਦੇ ਉੱਤੇ, ਠੀਕ ਹੈ, ਨਿਯੰਤਰਣ ਰੱਖਦੀਆਂ ਸੀ, ਰਾਜੇ ਨੂੰ ਸਲਾਹ ਮਸ਼ਵਰਾ ਦਿੰਦੀਆਂ ਸੀ, ਉਹਨਾਂ ਦੀ ਜਿਹੜੀ ਸਥਿਤੀ ਸੀ ਉੱਤਰ ਵੈਦਿਕ ਕਾਲ ਦੇ ਦੌਰਾਨ ਉਹਨਾਂ ਦੀ ਸਥਿਤੀ ਦੇ ਵਿੱਚ ਗਿਰਾਵਟ ਆਈ। ਮਾਨ ਸਨਮਾਨ ਦੇ ਵਿੱਚ ਗਿਰਾਵਟ ਆਈ। ਹੁਣ ਕੀ ਹੋਇਆ ਕਿ ਸਭਾ ਅਤੇ ਸੰਮਤੀ ਦਾ ਜੋ ਨਿਯੰਤਰਣ ਸੀ ਉਹ ਘਟ ਗਿਆ, ਜਿਸ ਕਾਰਨ ਰਾਜੇ ਦੀ ਸ਼ਕਤੀ ਅਪਾਰ ਹੋ ਗਈ ਅਤੇ ਰਾਜਾ ਨਿਰੰਕੁਸ਼ ਹੋ ਗਿਆ। ਠੀਕ ਹੈ ਜੀ, ਹੁਣ ਰਾਜੇ ਦੇ ਉੱਪਰ ਜੋ ਸੀ ਫੈਸਲਾ ਕਰਨ ਦੀ ਰਾਜੇ ਦੀ ਆਪਦੀ ਆਜ਼ਾਦੀ ਸੀ। ਹੁਣ ਉਹ ਕਿਸੇ ਦੇ ਦਬਾਅ ਦੇ ਅੰਡਰ, ਸਭਾ ਦੇ ਜਾਂ ਸੰਮਤੀ ਦੇ ਅੰਡਰ ਆ ਕੇ ਫੈਸਲਾ ਨਹੀਂ ਸੀ ਕਰਦਾ। ਉੱਤਰ ਵੈਦਿਕ ਕਾਲੀਨ ਧਾਰਮਿਕ ਜੀਵਨ। ਉੱਤਰ ਵੈਦਿਕ ਕਾਲੀਨ ਧਾਰਮਿਕ ਜੀਵਨ। ਦੇਖੋ, ਉੱਤਰ ਵੈਦਿਕ ਕਾਲ ਦੇ ਵਿੱਚ ਇੰਦਰ, ਸੂਰਜ, ਅਗਨੀ, ਵਰੁਣ ਦੇਵਤਿਆਂ ਦਾ ਮਹੱਤਵ ਘਟ ਗਿਆ। ਇੰਦਰ, ਸੂਰਜ, ਅਗਨੀ, ਵਰੁਣ ਜੋ ਦੇਵਤੇ ਸੀ, ਜਿਨ੍ਹਾਂ ਦੀ ਕਿ ਰਿਗਵੈਦਿਕ ਕਾਲ ਦੇ ਵਿੱਚ ਬਹੁਤ ਪੂਜਾ ਹੁੰਦੀ ਸੀ। ਠੀਕ ਹੈ, ਰਿਗਵੈਦਿਕ ਕਾਲ ਦੇ ਦੌਰਾਨ ਇਹਨਾਂ ਦਾ ਮਹੱਤਵ ਬਹੁਤ ਜ਼ਿਆਦਾ ਸੀ। ਔਰ ਰਿਗਵੈਦ ਦੇ ਵਿੱਚ ਇੰਦਰ ਵਾਸਤੇ ਔਰ ਵਰੁਣ ਵਾਸਤੇ ਸਭ ਨਾਲੋਂ ਵੱਧ ਮੰਤਰ ਸੀਗੇ। ਤਾਂ ਇਹਨਾਂ ਦੇਵਤਿਆਂ ਦਾ ਜੋ ਮਹੱਤਵ ਸੀ ਉਹ ਉੱਤਰ ਵੈਦਿਕ ਕਾਲ ਦੇ ਦੌਰਾਨ ਘਟ ਗਿਆ। ਉੱਤਰ ਵੈਦਿਕ ਕਾਲ ਦੇ ਵਿੱਚ ਬ੍ਰਹਮਾ, ਵਿਸ਼ਨੂੰ, ਮਹੇਸ਼, ਇਹ ਤਿੰਨ ਦੇਵਤਿਆਂ ਦਾ ਮਹੱਤਵ
ਵੱਧ ਗਿਆ। ਰੁਦਰ ਦੇਵਤਾ ਸਭ ਤੋਂ ਪ੍ਰਸਿੱਧ ਹੋਇਆ, ਜਿਸ ਨੂੰ ਕਿ ਸ਼ਿਵ ਜੀ ਦਾ ਹੀ ਅਵਤਾਰ ਜਾਂ ਰੂਪ ਮੰਨਿਆ ਜਾਂਦਾ ਸੀ। ਠੀਕ ਹੈ ਜੀ। ਰੁਦਰ ਦੇਵਤਾ ਉੱਤਰ ਵੈਦਿਕ ਕਾਲ ਦਾ ਪ੍ਰਸਿੱਧ ਦੇਵਤਾ ਹੋਇਆ, ਜਿਸ ਨੂੰ ਸ਼ਿਵ ਦਾ ਅੰਸ਼ ਮੰਨਿਆ ਗਿਆ। ਇਸ ਕਾਲ ਦੇ ਦੌਰਾਨ ਯੱਗਾਂ ਦਾ ਮਹੱਤਵ ਬਹੁਤ ਜ਼ਿਆਦਾ ਹੋ ਗਿਆ, ਜਿਸ ਕਾਰਨ ਪੁਰੋਹਿਤਾਂ ਦਾ ਜਾਂ ਬ੍ਰਾਹਮਣਾਂ ਦਾ ਸਮਾਜ ਦੇ ਵਿੱਚ ਬਹੁਤ ਮਾਨ ਸਨਮਾਨ ਵਧਿਆ, ਕਿਉਂਕਿ ਲਾਜ਼ਮੀ ਹੈ ਯੱਗ ਜੋ ਸੀ ਉਹ ਪੁਰੋਹਿਤ ਹੀ ਕਰਦੇ ਸੀ, ਅਤੇ ਜਦੋਂ ਉਹ ਪੁਰੋਹਿਤ ਯੱਗ ਕਰਨਗੇ ਤਾਂ ਉਹਨਾਂ ਦਾ ਮਾਨ ਸਨਮਾਨ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਵਧੇਗਾ। ਇਸ ਕਾਲ ਦੌਰਾਨ ਆਵਾਗਮਨ, ਮੋਕਸ਼, ਕਰਮਕਾਂਡ ਦੀ ਸਥਾਪਨਾ ਹੋ ਗਈ। ਲੋਕਾਂ ਦੇ ਵਿੱਚ ਅੰਧ ਵਿਸ਼ਵਾਸ ਦੀ ਭਾਵਨਾ ਦਾ ਬਹੁਤ ਜ਼ਿਆਦਾ ਵਿਸਥਾਰ ਹੋਇਆ। ਠੀਕ ਹੈ ਜੀ। ਲੋਕ ਅੰਧ ਵਿਸ਼ਵਾਸੀ ਹੋ ਗਏ। ਹੁਣ ਉਹ ਜਾਦੂ ਟੋਣੇ, ਭੂਤ ਪ੍ਰੇਤ ਉੱਪਰ ਵਿਸ਼ਵਾਸ ਕਰਨ ਲੱਗ ਪਏ। ਉੱਤਰ ਵੈਦਿਕ ਕਾਲ ਵਿੱਚ ਧਰਮ ਦਰਸ਼ਨ ਦੇ ਤੱਤ ਮਿਲਦੇ ਹਨ। ਉਪਨਿਸ਼ਦਾਂ ਵਿੱਚ ਅਜਿਹੇ ਹੀ ਦਾਰਸ਼ਨਿਕ ਵਿਚਾਰ ਦਿੱਤੇ ਹਨ। ਹਿੰਦੂ ਧਰਮ ਦੇ ਦਾਰਸ਼ਨਿਕ ਵਿਚਾਰਾਂ ਦੀ 6 ਦਰਸ਼ਨ ਸ਼ਾਸਤਰਾਂ ਵਿੱਚ ਵਿਆਖਿਆ ਕੀਤੀ ਗਈ ਹੈ। ਠੀਕ ਹੈ ਜੀ। ਤਾਂ ਹੁਣ ਇਹ 6 ਦਰਸ਼ਨ ਸ਼ਾਸਤਰ ਕਿਹੜੇ ਕਿਹੜੇ ਨੇ? ਇਹ ਹਨ ਸਾਂਖਯ, ਯੋਗ, ਨਿਆਏ, ਵੈਸ਼ੇਸ਼ਿਕੀ, ਪੂਰਵ ਮੀਮਾਂਸਾ ਔਰ ਉੱਤਰ ਮੀਮਾਂਸਾ। ਉੱਤਰ ਵੈਦਿਕ ਕਾਲ ਦੇ ਵਿੱਚ ਬਹੁਦੇਵਵਾਦ, ਵਾਸੁਦੇਵ ਸੰਪਰਦਾਇ ਦੇ ਬੀਜ ਅੰਕੁਰਿਤ ਹੋ ਗਏ। ਬਹੁਦੇਵਵਾਦ ਮਤਲਬ ਕਿ ਬਹੁਤ ਦੇਵਤਿਆਂ ਦਾ ਜੋ ਵਾਦ ਸੀ। ਠੀਕ ਆ। ਬਹੁਤ ਦੇਵਤਿਆਂ ਨੂੰ ਮੰਨਣ ਦੀ ਇੱਕ ਪ੍ਰਥਾ ਸੀ ਜਿਹੜੀ ਉਹ ਸ਼ੁਰੂ ਹੋ ਗਈ। ਰਿਗਵੈਦਿਕ ਕਾਲ ਦੇ ਵਿੱਚ ਪੂਸ਼ਣ ਦੇਵ ਨੂੰ, ਠੀਕ ਹੈ, ਪੂਸ਼ਣ ਨੂੰ ਪਸ਼ੂਆਂ ਦਾ ਦੇਵਤਾ ਮੰਨਿਆ ਗਿਆ ਸੀ। ਰਿਗਵੈਦਿਕ ਕਾਲ ਦੇ ਵਿੱਚ ਪੂਸ਼ਣ ਨੂੰ ਪਸ਼ੂਆਂ ਦਾ ਦੇਵਤਾ ਮੰਨਿਆ ਗਿਆ ਸੀ, ਪਰੰਤੂ ਉੱਤਰ ਵੈਦਿਕ ਕਾਲ ਦੇ ਵਿੱਚ ਪੂਸ਼ਣ ਜੋ ਦੇਵਤਾ ਸੀ ਉਹ ਸ਼ੂਦਰਾਂ ਦੇ ਦੇਵਤੇ ਦੇ ਰੂਪ ਦੇ ਵਿੱਚ ਪ੍ਰਚਲਿਤ ਹੋ ਗਿਆ। ਹੁਣ ਪੂਸ਼ਣ ਨੂੰ ਸ਼ੂਦਰਾਂ ਦਾ ਦੇਵਤਾ ਮੰਨਿਆ ਗਿਆ, ਜਦ ਕਿ ਪੂਸ਼ਣ ਨੂੰ ਰਿਗਵੈਦਿਕ ਕਾਲ ਦੇ ਵਿੱਚ ਪਸ਼ੂਆਂ ਦਾ ਦੇਵਤਾ ਮੰਨਿਆ ਗਿਆ ਸੀ। ਇੱਕ ਨਵੀਂ ਸੰਸਥਾ ਗੋਤ, ਠੀਕ ਹੈ ਜੀ, ਜੋ ਗੋਤ ਹੈ, ਉਸ ਨਵੀਂ ਸੰਸਥਾ ਦਾ ਜਿਹੜਾ ਜਨਮ ਹੋਇਆ ਉਹ ਵੀ ਉੱਤਰ ਵੈਦਿਕ ਕਾਲ ਦੇ ਵਿੱਚ ਹੀ ਹੋਇਆ। ਉੱਤਰ ਵੈਦਿਕ ਕਾਲ ਦੇ ਵਿੱਚ ਪਹਿਲੀ ਵਾਰੀ ਪੱਕੀਆਂ ਇੱਟਾਂ ਦਾ ਪ੍ਰਯੋਗ ਜੋ ਹੋਇਆ ਸੀ ਉਹ ਹੋਇਆ ਸੀ ਕੌਸਾਂਬੀ ਦੇ ਵਿੱਚ। ਇਹ ਸੀ ਉੱਤਰ ਵੈਦਿਕ ਕਾਲ ਨਾਲ ਸੰਬੰਧਿਤ ਵੀਡੀਓ। ਠੀਕ ਹੈ ਜੀ, ਜਿਸ ਦੇ ਵਿੱਚ ਆਪਾਂ ਨੇ ਆਰਿਆਂ ਦੇ, ਉੱਤਰ ਵੈਦਿਕ ਕਾਲੀਨ ਆਰਿਆਂ ਦੇ ਰਾਜਨੀਤਿਕ, ਆਰਥਿਕ, ਧਾਰਮਿਕ ਜੀਵਨ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ। ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਰ ਵੀਡੀਓ ਚੰਗਾ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਅਸੀਂ ਮੋਟੀਵੇਟ ਹੋਈਏ ਅਤੇ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆ ਸਕੀਏ। ਧੰਨਵਾਦ ਜੀ।